Good morning, beta. So yesterday we have done theory of big push, ਜਿਹਦੇ ਵਿੱਚ ਆਪਾਂ ਬਿਗ ਪੁਸ਼ ਦੇ ਨੂੰ ਕਿਨੇ ਇਨਵੈਂਟ ਕੀਤਾ ਅਤੇ ਨੀਡ ਆਫ ਬਿਗ ਪੁਸ਼ ਹੈ ਜਿਹੜੀ ਉਹ ਕਿਉਂ ਹੋਈ, ਉਹਦੇ 'ਚ ਆਪਾਂ ਇੰਡੀਵਿਜ਼ੀਬਿਲਟੀਜ਼ ਨੇ ਅਤੇ ਐਕਸਟਰਨਲ ਇਕੋਨਮੀਜ਼ ਨੇ ਉਹਦੇ ਬਾਰੇ ਗੱਲ ਕੀਤੀ। ਇੰਡੀਵਿਜ਼ੀਬਿਲਟੀਜ਼ ਇਨ ਦੀ ਪ੍ਰੋਡਕਸ਼ਨ ਫੰਕਸ਼ਨ, ਇੰਡੀਵਿਜ਼ੀਬਿਲਟੀ ਆਫ ਡਿਮਾਂਡ ਜਾਂ ਇੰਡੀਵਿਜ਼ੀਬਿਲਟੀ ਆਫ ਸਪਲਾਈ ਆਫ ਸੇਵਿੰਗਸ ਦੀ ਗੱਲ ਕੀਤੀ। ਠੀਕ ਹੈ, ਹੁਣ ਇਹ ਇੰਪਲੀਕੇਸ਼ਨਸ ਹੁੰਦੀਆਂ ਨੇ ਉਹਦੇ ਤੋਂ ਕੀ ਰਿਜ਼ਲਟਸ ਆਉਂਦੇ ਨੇ। ਠੀਕ ਹੈ, ਸੋ ਜਿਹੜੀਆਂ ਉੱਪਰ ਆਪਾਂ 3 ਟਾਈਪ ਦੀਆਂ ਇੰਡੀਵਿਜ਼ੀਬਿਲਟੀਜ਼ ਕੀਤੀਆਂ ਨੇ, ਇਹ ਇੰਡੀਵਿਜ਼ੀਬਿਲਟੀਜ਼ ਕੀ ਕਹਿੰਦੀਆਂ ਨੇ ਕਿ ਜਿਹੜੀਆਂ ਲੈਸ ਡਿਵੈਲਪਡ ਕੰਟਰੀਜ਼ ਨੇ ਉੱਥੇ ਸਾਨੂੰ ਕੀ ਚਾਹੀਦਾ ਹੈ, ਇੱਕ ਬਿਗ ਪੁਸ਼ ਚਾਹੀਦਾ ਹੈ। ਪ੍ਰੋਫੈਸਰ ਰੌਡਨ ਕਹਿੰਦਾ ਹੈ ਕਿ ਬਿਗ ਪੁਸ਼ ਦਾ ਮਤਲਬ ਹੈ ਜਿਹੜੀਆਂ ਵੀ ਕੰਪਲੀਮੈਂਟਰੀ ਇੰਡਸਟਰੀਜ਼ ਨੇ। ਕੰਪਲੀਮੈਂਟਰੀ ਮਤਲਬ ਜਿਨ੍ਹਾਂ ਦੇ ਨਾਲ ਹੁਣ ਜਿਵੇਂ ਮੈਂ ਜੇ ਕੋਈ ਇੰਡਸਟਰੀ ਲਾਈ ਹੈ ਤਾਂ ਮੈਨੂੰ ਨਾਲ ਪਾਵਰ ਜਨਰੇਸ਼ਨ ਵੀ ਚਾਹੀਦੀ ਹੈ, ਟੈਲੀਕਮਿਊਨੀਕੇਸ਼ਨ ਵੀ ਚਾਹੀਦੀ ਹੈ। ਠੀਕ ਹੈ ਨਾ, ਤਾਂ ਇਹ ਕੰਪਲੀਮੈਂਟਰੀ ਹੈਲਪਿੰਗ ਇੰਡਸਟਰੀਜ਼ ਨੇ, ਐਜ਼ ਵੈਲ ਐਜ਼ ਓਵਰਹੈਡ ਜਨਰੇਟਿੰਗ ਵੇਰੀਅਸ ਕਾਈਂਡਸ ਆਫ ਐਕਸਟਰਨਲ ਇਕੋਨਮੀਜ਼। ਮਤਲਬ ਚਾਹੇ ਮੇਨ ਇੰਡਸਟਰੀ ਹੈ ਚਾਹੇ ਉਹਦੀ ਕੰਪਲੀਮੈਂਟਰੀ ਇੰਡਸਟਰੀ ਹੈ, ਦੋਨਾਂ ਦੇ ਵਿੱਚ ਸਾਨੂੰ ਬਿਗ ਪੁਸ਼ ਦੀ ਜ਼ਰੂਰਤ ਪਊਗੀ। ਐਕਸਟਰਨੈਲਿਟੀਜ਼ ਨੇ ਜਿਹੜੀਆਂ ਉਹਨਾਂ ਦੇ ਨਾਲ ਸਾਡੀਆਂ ਰਿਟਰਨਸ ਵੱਧ ਜਾਂਦੀਆਂ ਨੇ ਅਤੇ ਕੋਸਟ ਘੱਟ ਜਾਂਦੀ ਹੈ ਅਤੇ ਪ੍ਰੋਫਿਟੇਬਿਲਿਟੀ ਦਾ ਰੇਟ ਹੈ ਜਿਹੜਾ ਉਹ ਇਨਕਰੀਜ਼ ਹੋ ਜਾਂਦਾ ਹੈ। ਇਸ ਤਰ੍ਹਾਂ ਸਾਰੇ ਕਿਤੇ ਜਿਹੜਾ ਮਾਹੌਲ ਹੈ ਉਹ ਇਨਵੈਸਟਮੈਂਟ ਦਾ ਬਣ ਜਾਂਦਾ ਹੈ। ਸੋ ਥਿਊਰੀ ਕੀ ਦੱਸਦੀ ਹੈ ਕਿ ਬੈਲੈਂਸਡ ਗਰੋਥ ਆਫ ਸਿਸਟਮ ਹੈ ਜਿਹੜਾ ਉਹ ਇਕੋਨਮੀ ਦੇ ਵਿੱਚ ਹੋਣਾ ਚਾਹੀਦਾ ਹੈ। ਇਨ ਦੀ ਵਰਡਸ ਆਫ ਪ੍ਰੋਫੈਸਰ ਰੌਡਨ, a big push seems to be required to jump over the economic obstacles to development। ਕਿ ਇੱਕ ਬਿਗ ਪੁਸ਼ ਹੈ ਜਿਹੜਾ ਉਹ ਸਾਨੂੰ ਚਾਹੀਦਾ ਹੈ ਤਾਂ ਕਿ ਅਸੀਂ ਡਿਵੈਲਪਮੈਂਟ ਵੱਲ ਨੂੰ ਵੱਧ ਸਕੀਏ ਅਤੇ ਜਿੰਨੀਆਂ ਵੀ ਸਾਨੂੰ ਇਕਨੋਮਿਕ ਓਬਸਟੈਕਲਸ ਹੁੰਦੀਆਂ ਨੇ, ਮੁਸ਼ਕਿਲਾਂ ਆਉਂਦੀਆਂ ਨੇ, ਉਹਦੇ 'ਚੋਂ ਅਸੀਂ ਬਾਹਰ ਨਿਕਲ ਸਕੀਏ। ਸੋ ਐਟਮੋਸਫੀਅਰ ਆਫ ਡਿਵੈਲਪਮੈਂਟ ਹੈ ਉਹ ਕਦੋਂ ਅਰਾਈਜ਼ ਹੋ ਸਕਦਾ ਹੈ, ਜਦੋਂ ਅਸੀਂ ਸਾਈਜ਼ ਆਫ ਇਨਵੈਸਟਮੈਂਟ ਨੂੰ ਇਨਕਰੀਜ਼ ਕਰਾਂਗੇ। ਪ੍ਰੋਫੈਸਰ ਮੇਡਲ ਕਹਿੰਦੇ ਹਨ ਕਿ ਜਿਹੜੀ ਬੈਕਵਰਡਨੈਸ ਹੈ ਜਾਂ ਪਾਵਰਟੀ ਹੈ ਉਹ ਦੇ ਆਰ ਜਨਰੇਟਿੰਗ, ਉਹ ਇੰਨੇ ਕੁ ਰਿਸੋਰਸਿਸ ਨੂੰ ਜਨਰੇਟ ਕਰਦੇ ਨੇ ਕਿ ਡਿਵੈਲਪਮੈਂਟ ਪ੍ਰੋਗਰਾਮਸ ਨੇ ਉਹ ਕੰਟਰੀ ਦੇ ਵਿੱਚ ਹੋ ਜਾਣੇ ਚਾਹੀਦੇ ਨੇ। ਸੋ ਇਸ ਲਈ ਸਾਨੂੰ ਕੀ ਚਾਹੀਦਾ ਹੈ ਕਿ ਸਾਨੂੰ ਇਹਦੇ ਤੋਂ ਪਤਾ ਚੱਲਦਾ ਹੈ ਕਿ ਲੰਪੀ ਇਨਵੈਸਟਮੈਂਟ, ਲੰਪੀ ਮਤਲਬ ਬਿਗ ਇਨਵੈਸਟਮੈਂਟ ਹੈ ਜਿਹੜੀ ਉਹ ਸਾਨੂੰ ਚਾਹੀਦੀ ਹੈ ਤਾਂ ਕਿ ਅਸੀਂ ਗਰੀਬੀ ਦੀਆਂ ਜਿਹੜੀਆਂ ਬੇੜੀਆਂ ਨੇ ਇਹਦੇ ਵਿੱਚੋਂ ਬਾਹਰ ਨਿਕਲ ਸਕੀਏ। ਠੀਕ ਹੈ, ਨਾਓ ਬੇਸਿਸ ਆਫ ਦੀ ਬਿਗ ਪੁਸ਼ ਥਿਊਰੀ, ਬੇਟਾ ਮੈਂ ਤੁਹਾਨੂੰ ਦੱਸੂੰਗੀ ਕਿ ਥਿਊਰੀ ਲਿਖਣੀ ਕਿਵੇਂ। ਠੀਕ ਹੈ, ਥੋੜ੍ਹੀ ਬਹੁਤ ਹੈਜ਼ਰਡ ਦਿੱਤੀ ਹੋਈ ਹੈ ਇਸ ਚੈਪਟਰ ਦੇ ਵਿੱਚ, ਮੈਂ ਤੁਹਾਨੂੰ ਪੁਆਇੰਟਿੰਗ ਕਰਕੇ ਦਊਂਗੀ ਇਹਦੀ। ਠੀਕ ਹੈ, ਸੋ ਐਕਸਟਰਨਲ ਇਕੋਨਮੀਜ਼ ਨੇ ਜਿਹੜੀਆਂ ਉਹ ਮੇਨ ਬੇਸਿਸ ਹੈ ਇਸ ਥਿਊਰੀ ਦੇ ਆਉਣ ਦਾ। ਪ੍ਰੋਫੈਸਰ ਰੌਡਨ ਕਹਿੰਦਾ ਹੈ ਕਿ ਜਿਹੜੀਆਂ ਐਕਸਟਰਨੈਲਿਟੀਜ਼ ਨੇ ਉਹ ਇਸ ਗਰੋਥ ਦੀ ਥਿਊਰੀ ਨੂੰ ਸਟੈਟਿਕ ਥਿਊਰੀ ਤੋਂ ਵੱਖਰੇ ਕਰਦੇ। ਸਟੈਟਿਕ ਥਿਊਰੀ ਕੀ ਹੁੰਦੀ ਹੈ, ਜਿਹਦੇ ਵਿੱਚ ਕੋਈ ਚੇਂਜ ਨਹੀਂ ਆਉਂਦੀ। ਠੀਕ, ਪ੍ਰੋਫੈਸਰ ਰੌਡਨ ਨੇ ਐਕਸਟਰਨਲ ਇਕੋਨਮੀਜ਼ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਇੱਥੇ ਐਕਸਪਲੇਨ ਕੀਤਾ ਹੈ। ਐਕਸਟਰਨਲ ਇਕੋਨਮੀਜ਼ ਕੀ ਹੁੰਦੀਆਂ ਨੇ, ਉਹ ਸਾਰੇ ਫਾਇਦੇ ਜਿਹੜੇ ਕਿ ਸਾਰੀਆਂ ਪ੍ਰੋਡਿਊਸਿੰਗ ਯੂਨਿਟਸ ਨੂੰ ਮਿਲਦੇ ਨੇ। ਕਿਉਂਕਿ ਟੋਟਲ ਇਕਨੋਮਿਕ ਐਕਟੀਵਿਟੀਜ਼ ਜਾਂ ਟੋਟਲ ਇਕਨੋਮਿਕ ਸਿਸਟਮ ਦੇ ਵਿੱਚ ਗਰੋਥ ਹੁੰਦੀ ਹੈ। ਸੋ ਇਨ ਦਾ ਵਰਡਸ ਆਫ ਸਕਿਟੋਵਸਕੀ, ਐਕਸਟਰਨਲ ਇਕੋਨਮੀਜ਼ ਨੇ ਉਹਨਾਂ ਦਾ ਮਤਲਬ ਹੈ ਉਹ ਸਰਵਿਸਿਜ਼ ਜਿਹੜੀਆਂ ਕਿਸੇ ਪ੍ਰੋਡਿਊਸਰ ਨੂੰ ਫ੍ਰੀਲੀ ਮਿਲਦੀਆਂ ਨੇ। ਸੋ ਐਕਸਟਰਨਲ ਇਕੋਨਮੀਜ਼ ਕੀ ਹੋ ਜਾਂਦੀਆਂ ਨੇ, ਗਰੋਥ ਦਾ ਇੱਕ ਮੇਨ ਕੈਟਾਲਾਈਟਿਕ ਏਜੰਟ ਹੁੰਦਾ ਹੈ, ਮੇਨ ਏਜੰਟ ਬਣ ਜਾਂਦੀਆਂ ਨੇ। ਪਰ ਇਹ ਸਿਰਫ ਸਾਨੂੰ ਉਦੋਂ ਹੀ ਅਵੇਲੇਬਲ ਹੋਣਗੀਆਂ ਜਦੋਂ ਅਸੀਂ ਸਿਸਟਮ ਨੂੰ ਇੱਕ ਬਿਗ ਪੁਸ਼ ਦੇਵਾਂਗੇ। ਹੁਣ ਫੀਚਰ ਇਸ ਥਿਊਰੀ ਦੇ ਫਸਟ ਫੀਚਰ ਹੈ ਮੈਸਿਵ ਇਨਵੈਸਟਮੈਂਟ। ਇਹ ਥਿਊਰੀ ਕੀ ਦੱਸਦੀ ਹੈ ਕਿ ਸਾਨੂੰ ਜਿਹੜਾ ਹੈ ਬਹੁਤ ਜ਼ਿਆਦਾ ਇਨਵੈਸਟਮੈਂਟ ਹੈ ਐਟ ਦ ਇਨ ਦੀ ਸਟਾਰਟ ਆਫ ਪ੍ਰੋਸੈਸ ਆਫ ਗਰੋਥ ਕਰਨਾ ਪਊਗਾ, ਅਦਰਵਾਈਜ਼ ਜਿਹੜੀ ਗਰੋਥ ਹੈ ਉਹ ਸੈਲਫ ਸਸਟੇਨਿੰਗ, ਆਪਣੇ ਆਪ ਨੂੰ ਬਚਾ ਨਹੀਂ ਸਕੂਗੀ। ਨੈਕਸਟ ਹੈ ਇਨਵੈਸਟਮੈਂਟ ਇਨ ਡਿਫਰੈਂਟ ਸੈਕਟਰ। ਸਾਨੂੰ ਡਿਫਰੈਂਟ ਸੈਕਟਰਸ ਦੇ ਵਿੱਚ ਜਿਹੜੀ ਇਨਵੈਸਟਮੈਂਟ ਹੈ ਉਹ ਕਰਨੀ ਚਾਹੀਦੀ ਹੈ ਤਾਂ ਕਿ ਨੈਸੈਸਰੀ ਡਿਮਾਂਡ ਬੇਸ ਹੈ ਉਹ ਬਣ ਸਕੇ। ਥਰਡ ਹੈ ਪਲੈਨਡ ਇੰਡਸਟਰੀਲਾਈਜੇਸ਼ਨ। ਜਿਹੜੀ ਇੰਡਸਟਰੀਲਾਈਜੇਸ਼ਨ ਹੈ ਉਹ ਪਲੈਨਿੰਗ ਦੇ ਅਕੋਰਡਿੰਗਲੀ ਹੋਣੀ ਚਾਹੀਦੀ ਹੈ। ਵੇਅਰ ਐਗਰੀਕਲਚਰ ਕੀ ਹੈ, ਉੱਥੇ ਇੱਕ ਡੋਮੀਨੈਂਟ ਸੈਕਟਰ ਹੁੰਦਾ ਹੈ ਜੋ ਕਿ ਬੈਕਵਰਡ ਵੀ ਹੁੰਦਾ ਅਤੇ ਉੱਥੇ ਗਰੀਬੀ ਵੀ ਹੁੰਦੀ ਹੈ। ਸੋ ਸਾਨੂੰ ਕੀ ਚਾਹੀਦਾ ਹੈ ਕਿ ਅਸੀਂ ਇੰਡਸਟਰੀਲਾਈਜੇਸ਼ਨ ਹੈ ਜਿਹੜੀ ਉਸਨੂੰ ਲੈ ਕੇ ਆਈਏ ਅਤੇ ਜਿੰਨੀਆਂ ਵੀ ਐਗਰੀਕਲਚਰ ਪ੍ਰੋਡਕਸ਼ਨ ਦੀਆਂ ਅਨਸਰਟਨਟੀਜ਼ ਨੇ ਉਹਨਾਂ ਨੂੰ ਖਤਮ ਕਰ ਸਕੀਏ। ਨੈਕਸਟ ਹੈ ਕ੍ਰਿਟਿਸਿਜ਼ਮ ਆਫ ਦੀ ਥਿਊਰੀ ਆਫ ਬਿਗ ਪੁਸ਼। ਹੁਣ ਕ੍ਰਿਟਿਸਿਜ਼ਮ ਕੀ ਹੈ, ਫਸਟ ਜੈਕਬ ਵਾਈਨਰ ਐਡਲਰ ਨੇ ਇਸ ਥਿਊਰੀ ਨੂੰ ਕ੍ਰਿਟਿਸਾਈਜ਼ ਕੀਤਾ ਹੈ।
ਕਿੱਦਾਂ ਕ੍ਰਿਟਿਸਾਈਜ਼ ਕੀਤਾ ਹੈ। ਫਸਟ ਹੈ ਇੰਪ੍ਰੈਕਟੀਕਲ, ਇਹ ਜਿਹੜੀ ਥਿਊਰੀ ਹੈ ਉਹਦੇ ਵਾਸਤੇ ਐਕਸਟਰਨਲ ਇਕੋਨਮੀਜ਼ ਨੂੰ ਇੱਕ ਬੇਸਿਸ ਪ੍ਰੋਵਾਈਡ ਕਰਨਾ ਬਹੁਤ ਸਹੀ ਗੱਲ ਨਹੀਂ ਹੈ। ਹਾਵਰ ਐਕਸਟਰਨੈਲਿਟੀਜ਼ ਨੇ ਜਿਹੜੀਆਂ ਉਹਨਾਂ ਨੂੰ ਦੇ ਮੇ ਨਾਟ ਬੀ ਰਿਅਲਾਈਜ਼ਡ ਓਨਲੀ, ਸਿਰਫ ਉਹਨਾਂ ਨੂੰ ਬਿਗ ਪੁਸ਼ ਦੇ ਨਾਲ ਹੀ ਆਪਾਂ ਜਿਹੜਾ ਹੈ ਅਚੀਵ ਨਹੀਂ ਕਰ ਸਕਦੇ। ਉਹਦੇ ਵਾਸਤੇ ਸਾਨੂੰ ਐਕਸਟਰਨਲ ਟਰੇਡ ਵੀ ਕਰਨੀ ਪਊਗੀ। ਐਕਸਟਰਨਲ ਟਰੇਡ ਵਾਸਤੇ ਸਾਨੂੰ ਬਹੁਤ ਜ਼ਿਆਦਾ ਇਨਵੈਸਟਮੈਂਟ ਦੀ ਜ਼ਰੂਰਤ ਨਹੀਂ ਹੋਊਗੀ। ਸੋ ਲੈਸ ਡਿਵੈਲਪਡ ਕੰਟਰੀਜ਼ ਦੇ ਵਿੱਚ ਕੈਪੀਟਲ ਦੀ ਪਹਿਲਾਂ ਹੀ ਜਿਹੜੀ ਘਾਟ ਹੁੰਦੀ ਹੈ, ਤਾਂ ਉੱਥੇ ਹੋਰ ਕੈਪੀਟਲ ਨੂੰ ਉਹਦੇ ਵਿੱਚ ਜਨਰੇਟ ਕਰਨਾ ਮੁਸ਼ਕਿਲ ਗੱਲ ਹੈ, ਮਤਲਬ ਫਿਜ਼ੀਬਲ ਨਹੀਂ ਹੈ। ਸੈਕਿੰਡ ਹੈ ਲੈਸ ਇਨਕਰੀਜ਼ ਇਨ ਪ੍ਰੋਡਕਸ਼ਨ। ਆਲਦੋ ਐਕਸਟਰਨੈਲਿਟੀਜ਼ ਦੇ ਨਾਲ ਸਾਡੀ ਕੋਸਟ ਆਫ ਪ੍ਰੋਡਕਸ਼ਨ ਘੱਟ ਜਾਂਦੀ ਹੈ, ਪਰ ਦੇਅਰ ਮੇ ਨਾਟ ਬੀ, ਪਰ ਸਾਡੀ ਵੋਲਿਊਮ ਆਫ ਪ੍ਰੋਡਕਸ਼ਨ ਹੈ ਜਿਹੜੀ ਸੈਕੰਡਰੀ ਸੈਕਟਰ ਦੇ ਵਿੱਚ ਉਨੀ ਨਹੀਂ ਵੱਧਦੀ ਜਿੰਨੀ ਕਿ ਪ੍ਰਪੋਰਸ਼ਨੇਟਲੀ ਵਧਣੀ ਚਾਹੀਦੀ ਹੈ। ਸੋ ਇਹਦੇ ਕਰਕੇ ਹੈਵੀ ਕੌਨਸਨਟ੍ਰੇਸ਼ਨ ਆਫ ਇਕਨੋਮਿਕ ਐਕਟੀਵਿਟੀਜ਼ ਨੇ ਜਿਹੜੀਆਂ ਉਹ ਪ੍ਰਾਇਮਰੀ ਸੈਕਟਰ ਦੇ ਵਿੱਚ ਹੁੰਦੀਆਂ ਨੇ। ਥਰਡ ਹੈ ਐਗਰੀਕਲਚਰ ਨੂੰ ਨੈਗਲੈਕਟ ਕੀਤਾ ਹੈ। ਇਸ ਥਿਊਰੀ ਨੇ ਕੀ ਕਿਹਾ ਹੈ ਕਿ ਅਸੀਂ ਬਿਗ ਪੁਸ਼ ਦੇ ਨਾਲ ਜੋ ਵੀ ਕਰਨਾ ਹੈ ਉਹ ਇੰਡਸਟਰੀਅਲ ਸੈਕਟਰ ਦੇ ਵਿੱਚ ਕਰਨਾ ਹੈ, ਐਗਰੀਕਲਚਰ ਵਿੱਚ ਨਹੀਂ ਕਰਨਾ। ਪਰ ਐਗਰੀਕਲਚਰ ਹੈ ਜਿਹੜੀਆਂ ਲੈਸ ਡਿਵੈਲਪਡ ਕੰਟਰੀਜ਼ ਨੇ ਉੱਥੇ ਮੇਨ ਉਹ ਆਕੂਪੇਸ਼ਨ ਹੁੰਦਾ ਹੈ, ਉਹਨੂੰ ਇੱਥੇ ਇਨਕਲੂਡ ਹੈ ਜਿਹੜਾ ਉਹ ਨਹੀਂ ਕੀਤਾ। ਨੈਕਸਟ ਲਿਆ ਹੈ ਮੋਰ ਪ੍ਰੋਡਕਸ਼ਨ ਫਰੋਮ ਲੈਸ ਇਨਵੈਸਟਮੈਂਟ। ਐਡਲਰ ਕਹਿੰਦਾ ਹੈ ਕਿ ਸਮੋਲ ਡੋਜ਼ਿਸ ਆਫ ਫ੍ਰੀਕੁਐਂਟ ਇਨਵੈਸਟਮੈਂਟ ਹੈ ਉਹ ਮੋਰ ਪ੍ਰੋਡਕਟਿਵ ਹੁੰਦੇ ਹੈ ਦੈਨ ਅ ਸਿੰਗਲ ਡੋਜ਼। ਬਹੁਤ ਸਾਰਾ ਹੀ ਪੈਸਾ ਇੱਕੋ ਹੀ ਪ੍ਰੋਜੈਕਟ ਦੇ ਵਿੱਚ ਲਾਉਣ ਦੀ ਬਜਾਏ ਸਾਨੂੰ ਥੋੜ੍ਹਾ ਥੋੜ੍ਹਾ ਪੈਸਾ ਹੈ ਜਿਹੜਾ ਉਹ ਲਗਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਜਿਹੜਾ ਹੈ ਉਹ ਗਰੋਥ ਕਰ ਸਕੀਏ। ਫਿਰ ਹੈ ਨਾਟ ਅ ਹਿਸਟੋਰੀਕਲ ਫੈਕਟ। ਕਿਤੇ ਵੀ ਸਾਨੂੰ ਹਿਸਟੋਰੀਕਲ ਫੈਕਟ ਦਾ ਮਤਲਬ ਹੁੰਦਾ ਹੈ ਸਾਨੂੰ ਇਹਦੇ ਕਿਤੇ ਵੀ ਪੁਰਾਣੇ ਕਿਸੇ ਵੀ ਪੁਆਇੰਟ ਦੇ ਉੱਤੇ ਇਹ ਵਾਲੇ ਰਿਜ਼ਲਟਸ ਨਹੀਂ ਮਿਲੇ ਹੋਏ ਕਿ ਅਗਰ ਕਿਸੇ ਨੇ ਬਿਗ ਪੁਸ਼ ਕੀਤੀ ਹੈ ਤਾਂ ਇਸ ਤਰ੍ਹਾਂ ਇਨਵੈਸਟਮੈਂਟਸ ਨੇ ਉਹ ਇਨਕਰੀਜ਼ ਹੋਏ ਅਤੇ ਕੰਟਰੀਜ਼ ਨੇ ਗਰੋਥ ਕੀਤੀ ਹੈ। ਦੈਨ ਇਨਫਲੇਸ਼ਨਰੀ, ਜੇ ਅਸੀਂ ਮੈਸਿਵ ਇਨਵੈਸਟਮੈਂਟ ਹੈ ਜਿਹੜੀ ਉਹ ਕਰੀਏ ਤਾਂ ਉਹਦੇ ਨਾਲ ਜਿਹੜਾ ਲੌਂਗ ਜਸਟੇਸ਼ਨ ਪੀਰੀਅਡ ਆ ਜਾਂਦਾ ਹੈ। ਲੌਂਗ ਜਸਟੇਸ਼ਨ ਪੀਰੀਅਡ ਹੁੰਦਾ ਹੈ ਜਦੋਂ ਮੈਂ ਪੈਸਾ ਇਨਵੈਸਟ ਕੀਤਾ ਬੇਟਾ ਅਤੇ ਜਦੋਂ ਉਹਨੇ ਮੈਨੂੰ ਰਿਜ਼ਲਟ ਦੇਣੇ ਸ਼ੁਰੂ ਕੀਤੇ, ਉਹ ਬਹੁਤ ਲੰਬਾ ਹੁੰਦਾ ਹੈ। ਤਾਂ ਉਸ ਟਾਈਮ ਪੀਰੀਅਡ ਦੇ ਵਿੱਚ ਕਈ ਵਾਰੀ ਇਨਫਲੇਸ਼ਨ ਆ ਜਾਂਦੀ ਹੈ ਅਤੇ ਸਾਡੇ ਜੋ ਉੱਥੇ ਬੇਸਿਕਲੀ ਸਾਨੂੰ ਜੋ ਅਚੀਵ ਹੋਣਾ ਚਾਹੀਦਾ ਸੀ ਉਹ ਉੱਥੇ ਨਹੀਂ ਹੋਇਆ। ਸੋ ਹਾਵਰ ਇੰਨੇ ਕ੍ਰਿਟੀਕਲ ਆਸਪੈਕਟਸ ਦੇ ਬਾਵਜੂਦ ਵੀ ਇਹ ਜਿਹੜੀ ਥਿਊਰੀ ਹੈ ਇਸਨੇ ਆਪਣਾ ਇੱਕ ਅਲੱਗ ਜਗ੍ਹਾ ਬਣਾਈ ਹੋਈ ਹੈ ਅਤੇ ਸੋਸ਼ਲ ਓਵਰਹੈਡਸ ਅਤੇ ਕੰਪਲੀਮੈਂਟਰੀ ਇੰਡਸਟਰੀਅਲ ਸਟਰਕਚਰ ਹੈ ਜਿਹੜਾ ਉਸ ਨੂੰ ਲੈਸ ਡਿਵੈਲਪਡ ਕੰਟਰੀਜ਼ ਦੇ ਵਿੱਚ ਬਣਾਉਣ ਵਿੱਚ ਇਸਨੇ ਹੈਲਪ ਕੀਤੀ। ਸੋ ਬੇਟਾ ਜਦੋਂ ਤੁਸੀਂ ਥਿਊਰੀ ਨੂੰ ਲਿਖਣਾ ਹੈ ਹੁਣ ਇੱਕ ਵਾਰੀ ਜ਼ਰਾ ਧਿਆਨ ਨਾਲ ਸੁਣ ਲਓ। ਪਹਿਲਾਂ ਥਿਊਰੀ ਆਫ ਬਿਗ ਪੁਸ਼ ਹੋ ਗਿਆ ਜਿਵੇਂ, ਠੀਕ ਹੈ, ਨੰਬਰ 1 ਪੁਆਇੰਟ ਹੈ। ਉਸ ਤੋਂ ਬਾਅਦ ਨੰਬਰ 4 ਪੁਆਇੰਟ ਜਿਹੜਾ ਹੈ ਉਹ 2 ਬਣ ਚੁੱਕਾ, ਠੀਕ ਹੈ। ਥਿਊਰੀ ਆਫ ਬਿਗ ਪੁਸ਼ ਤੋਂ ਬਾਅਦ ਬੇਸਿਸ ਆਫ ਦੀ ਬਿਗ ਪੁਸ਼ ਥਿਊਰੀ ਕਰੋਗੇ। ਫਿਰ 5ਵਾਂ ਪੁਆਇੰਟ ਤੁਸੀਂ ਕਰੋਗੇ ਫੀਚਰਸ ਆਫ ਦ ਥਿਊਰੀ ਆਫ ਬਿਗ ਪੁਸ਼, ਠੀਕ ਹੈ। ਤੀਸਰਾ ਪੁਆਇੰਟ ਹੋ ਗਿਆ। ਫਿਰ ਤੁਸੀਂ ਉਸ ਤੋਂ ਬਾਅਦ ਨੀਡ ਆਫ ਬਿਗ ਪੁਸ਼ ਹੈ ਜਿਹੜੀ ਉਹ ਲਿਖੋਗੇ। ਫਿਰ ਇੰਪਲੀਕੇਸ਼ਨਸ ਲਿਖੋਗੇ। ਲਾਸਟ ਦੇ ਵਿੱਚ ਕ੍ਰਿਟਿਸਿਜ਼ਮ, ਠੀਕ ਹੈ। ਫਸਟ ਪੁਆਇੰਟ ਤੋਂ ਬਾਅਦ ਤੁਹਾਡਾ ਸੈਕਿੰਡ ਅਤੇ ਥਰਡ ਪੁਆਇੰਟ ਹੋਊਗਾ ਬੇਟਾ ਬੇਸਿਸ ਦਾ ਅਤੇ ਫੀਚਰਸ ਦਾ, ਠੀਕ ਹੈ। ਉਸ ਤੋਂ ਬਾਅਦ ਨੀਡ ਆ ਗਈ, ਚੌਥਾ ਪੁਆਇੰਟ ਤੁਹਾਡੇ ਕੋਲ। ਫਿਰ 5ਵਾਂ ਪੁਆਇੰਟ ਆ ਗਿਆ ਇੰਪਲੀਕੇਸ਼ਨ ਦਾ ਅਤੇ 6ਵਾਂ ਪੁਆਇੰਟ ਉਹੀ ਸੇਮ ਕ੍ਰਿਟਿਸਿਜ਼ਮ ਦਾ ਹੀ ਰਹੇਗਾ, ਠੀਕ ਹੈ। ਸ਼ਾਰਟ ਕੁਐਸਚਨਸ ਦੇਖ ਲਈਏ ਇਹਦੇ ਵਿੱਚ ਬੇਟਾ। ਬਿਗ ਪੁਸ਼ ਦੇ ਉੱਤੇ ਐਕਸਟਰਨਲ ਸਾਰੀਆਂ ਇਨਵਿਜ਼ਿਬਿਲਿਟੀਜ਼ ਨੂੰ ਵੱਖਰਾ ਵੱਖਰਾ ਕਰ ਲਿਆ, ਫੀਚਰਸ ਪੁੱਛ ਲਏ, ਫਿਰ ਕ੍ਰਿਟਿਸਿਜ਼ਮ ਪੁੱਛ ਲਿਆ। ਲੌਂਗ ਕੁਐਸਚਨ ਹੈ ਜਿਹੜਾ ਸਿੰਪਲ ਹੀ ਆਊਗਾ, ਰੋਜ਼ਨਟੀ ਐਂਡ ਰੌਡਨ ਦੀ ਥਿਊਰੀ ਆਫ ਬਿਗ ਪੁਸ਼ ਨੂੰ ਦੱਸੋ ਜਾਂ ਬਿਗ ਪੁਸ਼ ਥਿਊਰੀ ਨੂੰ ਦੱਸੋ। ਇਸ ਤਰ੍ਹਾਂ ਦਾ ਕੋਈ ਵੀ ਕੁਐਸਚਨ ਹੈ ਜਿਹੜਾ ਉਹ ਆ ਸਕਦਾ ਹੈ। ਸੋ ਦਿਸ ਇਜ਼ ਵੈਰੀ ਸਿੰਪਲ ਚੈਪਟਰ, ਵੈਰੀ ਈਜ਼ੀ ਚੈਪਟਰ। ਬਹੁਤ ਈਜ਼ੀਲੀ ਤੁਸੀਂ ਇਸ ਚੈਪਟਰ ਨੂੰ ਕਰ ਸਕਦੇ ਹੋ, ਠੀਕ ਹੈ। ਸੋ ਜਿਹੜਾ ਤੁਸੀਂ ਵੀਡੀਓ ਨੂੰ ਬੇਟਾ 1 ਜਾਂ 2 ਵਾਰੀ ਸੁਣਿਆ ਕਰੋ, ਠੀਕ ਹੈ। ਅਤੇ ਆਪਣੇ ਨੋਟਸ ਨੇ ਜਿਹੜੇ ਉਹ ਬਣਾਉਣੇ ਸ਼ੁਰੂ ਕਰ ਲਓ, ਠੀਕ। ਹੁਣ ਤੱਕ ਜਿੰਨੇ ਚੈਪਟਰਸ ਹੋ ਚੁੱਕੇ ਨੇ ਉਹਨਾਂ ਦੇ ਦੇਖੋ ਮੈਂ ਤੁਹਾਨੂੰ ਕੱਲ੍ਹ ਵੀ ਸ਼ਾਇਦ ਦੱਸ ਕੇ ਹੀ ਹਟੀ ਹੈ ਨਾ, ਦੈਟ ਵੀ ਹੈਵ ਡਨ ਫਸਟ ਯੂਨਿਟ। ਨਰਕਸ ਦੇ ਜਿਹੜੇ ਨੋਟਸ ਨੇ ਉਹ ਤੁਸੀਂ ਬੱਚੇ ਮੈਨੂੰ ਬਣਾ ਕੇ ਸੰਡੇ ਇਵਨਿੰਗ ਤੱਕ ਦੇਣੇ ਨੇ। ਨਾਲ ਨਾਲ ਹੀ ਤੁਸੀਂ ਇਹਦਾ ਬਿਗ ਪੁਸ਼ ਦੇ ਵੀ ਬਣਾਉਣੇ ਸ਼ੁਰੂ ਕਰ ਲੈਣੇ ਨੇ, ਠੀਕ। ਇਸ ਤੋਂ ਬਾਅਦ ਆਪਣਾ ਨੈਕਸਟ ਚੈਪਟਰ ਹੈ ਜਿਹੜਾ ਉਹ ਲਿਵਿੰਗਸਟਨ ਦਾ ਕਰਾਂਗੇ ਸਟਾਰਟ, ਠੀਕ ਹੈ। ਥੋੜ੍ਹਾ ਜਿਹਾ ਕੱਲ੍ਹ ਉਹਦੀ ਇੰਟਰੋਡਕਸ਼ਨ ਵਗੈਰਾ ਮੈਂ ਤੁਹਾਨੂੰ ਦੇ ਦੂੰਗੀ ਅਤੇ ਫਿਰ ਤੁਹਾਡੇ ਕੋਲ ਸੈਟਰਡੇ ਸੰਡੇ ਦੀ ਛੁੱਟੀ ਹੋਊਗੀ ਬੇਟਾ। ਮੰਡੇ ਨੂੰ ਫਿਰ ਆਪਾਂ ਉਸਨੂੰ ਕੰਟੀਨਿਊ ਕਰਾਂਗੇ। ਤੁਹਾਨੂੰ ਮੈਂ ਜਿਹੜਾ
ऑनलाइन है, ये बेसिकली ਉਹੀ वाले चैप्टर्स कराऊँगी ਜਿਹੜੇ ਤੁਸੀਂ ਇਸ ਤਰ੍ਹਾਂ ਦੇ ਨਾਲ ਕਰ ਸਕਦੇ ਹੋ। ਠੀਕ ਹੈ, ਜਿਵੇਂ ਸੈਕਸ਼ਨ ਬੀ ਹੈ ਉਹਦੇ 'ਚ ਮੋਡਲਸ ਨੇ, ਉਹ ਜਦੋਂ ਤੁਸੀਂ ਮੇਰੇ ਬਿਲਕੁਲ ਸਾਹਮਣੇ ਹੋਣਗੇ ਆਪਾਂ ਉਦੋਂ ਹੀ ਉਹਨਾਂ ਨੂੰ ਕਰ ਸਕਦੇ ਹਾਂ। ਠੀਕ ਹੈ, ਸੋ ਸੈਕਿੰਡ ਯੂਨਿਟ ਹੈ ਜਿਹੜਾ ਆਪਾਂ ਬਿਲਕੁਲ ਐਂਡ ਦੇ ਵਿੱਚ ਜਾ ਕੇ ਕਰਾਂਗੇ। ਹੁਣ ਤੁਸੀਂ ਬੇਟਾ ਨਾਲ ਨਾਲ ਇਸ ਦੀ ਜਿਹੜੀ ਤਿਆਰੀ ਹੈ ਸ਼ੁਰੂ ਕਰ ਦਿਓ। ਡਿਵੈਲਪਮੈਂਟ ਥੋੜ੍ਹੀ ਜਿਹੀ ਟਫ ਹੈਗੀ ਹੈ, ਇੱਦਾਂ ਨਹੀਂ ਹੈਗਾ ਕਿ ਤੁਸੀਂ ਆਪਦੇ ਕੋਲ ਹੀ ਬਣਾ ਕੇ ਲਿਖ ਸਕਦੇ ਹੋ। ਠੀਕ ਹੈ, so bye for today, have a nice time, happy learning।